Good morning, everyone. Namaskar, Sat Sri Akal. And ਅੱਜ awesome path ਤੇ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨ ਜਾ ਰਹੀ ਹਾਂ. I hope you will like it. So ਇਹ ਸਟੋਰੀ ਐਕਚੁਅਲੀ ਮੇਰੀ MBBS ਟਾਈਮ ਦੀ ਡਾਇਰੀ ਵਿੱਚ ਲਿਖੀ ਹੋਈ ਹੈ. It's dated 18 ਮਈ 2000 and ਐਕਚੁਅਲੀ ਬੜਾ ਹੀ ਅਜੀਬ ਚੀਜ਼ ਹੋਈ ਕਿ ਸਾਡੀ ਸਰਜਰੀ ਦੀ ਕਲਾਸ ਸਵੇਰ अर्ਲੀ ਮਾਰਨਿੰਗ ਹੁੰਦੀ ਸੀ. ਐਂਡ ਸਾਡੇ ਸਰ ਬੜੇ ਸਟ੍ਰਿਕਟ ਸੀਗੇ ਅਬਾਊਟ ਤੁਸੀਂ ਅਗਰ 1 ਮਿੰਟ ਵੀ ਲੇਟ ਹੋ ਯੂ ਆਰ ਨਾਟ ਅਲਾਊਡ, ਡੋਰ ਬੰਦ ਹੋ ਜਾਂਦਾ ਸੀਗਾ. ਸੋ ਉਹ ਜਿਹੜੇ ਸਾਡੇ ਲੈਕਚਰ ਹਾਲ ਸੀ ਉਹ ਗੁਰੂ ਨਾਨਕ ਹਸਪੀਟਲ ਦੇ ਅੰਦਰ ਸਰਜਰੀ ਕਾਰਡੀਓਥੋਰੈਸਿਕ ਜਿੱਥੇ ਵਾਰਡ ਸੀਗੇ ਉਹਦੇ ਸੈਕੰਡ ਜਾਂ ਥਰਡ ਫਲੋਰ 'ਤੇ ਸੀਗਾ. ਮੈਂ ਥੋੜ੍ਹਾ ਜਿਹਾ ਲੇਟ ਹੋਇਆ, ਆਈ ਥਿੰਕ ਜਸਟ 1 or 2 minutes ਐਂਡ ਮੇਰੇ ਬਸ ਪੌੜੀਆਂ ਚੜ੍ਹੀ ਮੈਂ ਅਤੇ ਜਦੋਂ ਮੈਂ ਬਸ ਉੱਪਰ ਡੋਰ ਤੱਕ ਬਸ ਪਹੁੰਚ ਹੀ ਰਹੀ ਸੀ ਕਿ ਡੋਰ ਠਾ ਬੰਦ ਹੋ ਗਿਆ. ਐਂਡ ਆਈ ਕਾਂਟ ਟੈਲ ਯੂ ਕਿ ਮੈਂ ਕਿੰਨਾ ਫਰਸਟਰੇਟ ਹੋਈ, ਪਰੇਸ਼ਾਨ ਹੋਈ. ਅਤੇ ਉਹ ਜਿਹੜੀ ਬਾਲਕਨੀ ਜੀ ਹੁੰਦੀ ਹੈ ਜਿਵੇਂ ਵੈਨ ਯੂ ਲੁੱਕ ਓਵਰ ਤਾਂ ਅਮਲਤਾਸ ਦੇ ਪੇੜ ਸੀਗੇ ਐਂਡ ਬਿਊਟੀਫੁਲ ਯੈਲੋ ਫਲਾਵਰਸ ਪੂਰੇ ਭਰੇ ਹੋਏ ਸੀਗੇ ਅਮਲਤਾਸ ਦੇ ਫੁੱਲਾਂ ਦੇ ਨਾਲ. ਐਂਡ ਉਸ ਵੇਲੇ ਉਹ ਮੇਰੇ ਫੇਵਰੇਟ ਫਲਾਵਰ ਸੀਗੇ ਬਿਕੋਜ਼ ਯੈਲੋ ਇਜ਼ ਮਾਈ ਫੇਵਰੇਟ ਕਲਰ ਆਫ ਜੋਏ. ਅਤੇ ਇੱਕਦਮ ਮੇਰੀ ਜਿਹੜਾ ਉਹ ਡੈਪਥ ਆਫ ਸੈਡਨੈਸ ਸੀ ਨਾ ਉਹ ਬਿਲਕੁਲ ਜੋਏ ਵਿੱਚ ਬਦਲ ਗਿਆ. ਮਤਲਬ ਐਂਡ ਐਜ਼ ਯੂ ਨੋ ਸੁਬਾਹ ਦਾ ਟਾਈਮ ਬਹੁਤ ਸੋਹਣਾ ਹੁੰਦਾ ਹੈ ਐਂਡ ਇਟ ਵਾਜ਼ ਬਿਊਟੀਫੁਲ. ਐਂਡ ਮੈਂ ਬਸ ਆਪਣੇ ਆਪ 'ਚ ਖੋਈ ਹੋਈ ਸੀ, ਟੋਟਲ ਲੋਸਟ ਸੀਗੀ ਜਦੋਂ ਇੱਕ ਆਵਾਜ਼ ਮੇਰੇ ਕੰਨੀ ਪਈ. ਇੱਕ ਫੀਮੇਲ, ਮਿਡਲ ਏਜ ਫੀਮੇਲ ਦੀ ਆਵਾਜ਼ ਸੀ. ਉਹ ਮੈਨੂੰ ਕਹਿੰਦੀ ਡਾਕਟਰ ਸਾਹਿਬ ਤੁਸੀਂ ਡਾਕਟਰ ਹੋ? ਐਂਡ ਮੈਂ ਉਹਦੇ ਵੱਲ ਦੇਖਿਆ ਐਂਡ ਮੈਂ ਵਾਈਟ ਕੋਟ ਪਾਇਆ ਹੋਇਆ ਸੀ ਐਕਚੁਅਲੀ ਬਿਕੋਜ਼ ਯੂਜੂਲੀ ਆਪਾਂ ਸੁਬਾਹ ਹੀ ਸਾਰਾ ਕੁਛ ਪਾ ਕੇ ਕੋਟ ਦੇ ਵਿੱਚ ਹੀ ਮੈਂ ਸਾਰੇ ਆਪਣੇ ਪੈਨਸਿਲਸ ਅਤੇ ਯੂ ਨੋ ਐਂਡ ਆਫ ਕੋਰਸ ਟੈਥੋ ਵੀ ਪਾਇਆ ਹੋਇਆ ਸੀਗਾ. ਸੋ ਸ਼ੀ ਵਾਜ਼ ਲਾਈਕ ਤੁਸੀਂ ਮੇਰੀ ਮਦਦ ਕਰੋਗੇ? ਮੈਂ ਕਿਹਾ ਨਹੀਂ, ਮੈਂ ਅਜੇ ਡਾਕਟਰ ਬਣੀ ਨਹੀਂ ਹਾਂ, ਮੈਂ ਸਟੂਡੈਂਟ ਹਾਂ, ਮੈਂ ਅਜੇ ਪੜ੍ਹਦੀ ਹਾਂ. ਅਤੇ ਪਰ ਤੁਸੀਂ ਦੱਸੋ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ, ਅਗਰ ਪੋਸੀਬਲ ਹੋ ਸਕਿਆ ਮੈਂ ਤੁਹਾਡੀ ਜ਼ਰੂਰ ਮਦਦ ਕਰਾਂਗੀ. ਅਤੇ ਜਦੋਂ ਮੈਂ ਕਿਹਾ ਉਹਦੀਆਂ ਅੱਖਾਂ 'ਚ ਆਂਸੂ ਆ ਗਏ ਐਂਡ ਇੱਕਦਮ ਮਤਲਬ ਮੈਨੂੰ ਸਮਝ ਨਹੀਂ ਆਇਆ ਮੈਂ ਇਹੋ ਜਿਹਾ ਕੀ ਕਹਿਤਾ ਹੈ ਕਿ ਉਹ ਰੋਣ ਲੱਗ ਗਈ. ਐਂਡ ਆਫ ਕੋਰਸ ਇਟ ਵਾਜ਼ ਨਾਟ ਮਾਈ ਵਰਡਸ ਬਟ ਉਹਦੇ ਅੰਦਰ ਦਾ ਹੀ ਜਿਹੜਾ ਦਰਦ ਸੀ ਇੱਕਦਮ ਬਿਕੋਜ਼ ਆਈ ਵਾਜ਼ ਲਿਸਨਿੰਗ ਟੂ ਹਰ ਅਤੇ she felt, so it was a very profound moment and I just let her cry and ਫਿਰ ਉਹਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਭਾਲਿਆ ਐਂਡ she said ਕਿ ਮੇਰੀ ਬੇਟੀ ਹੈ ਵੰਦਨਾ, ਉਹ ਬਹੁਤ ਬਿਮਾਰ ਹੈ, ਅਸੀਂ ਹਿਮਾਚਲ ਤੋਂ ਆਏ ਹਾਂ, ਅਸੀਂ ਕਿਸੇ ਨੂੰ ਨਹੀਂ ਜਾਣਦੇ ਅਤੇ ਸਾਡੇ ਕੋਲੇ 3 ਬੋਤਲ ਖੂਨ ਚਾਹੀਦੇ ਨੇ ਉਹਦੀ ਸਰਜਰੀ ਲਈ, ਉਹਦੇ ਆਪਰੇਸ਼ਨ ਲਈ, ਸਾਡੇ ਕੋਲੇ ਉਹ ਹੈਗੇ ਨਹੀਂ ਹੈ, ਪਲੀਜ਼ ਤੁਸੀਂ ਸਾਡੀ ਮਦਦ ਕਰੋ. ਸੋ ਮੈਂ ਉਹਨਾਂ ਨੂੰ ਸੁਣਿਆ ਅਤੇ ਮੈਂ ਕਿਹਾ ਇਸ ਵੇਲੇ ਤਾਂ ਮੈਨੂੰ ਦੇਖੋ ਪਤਾ ਨਹੀਂ ਹੈ ਕਿ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ, ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਤੁਹਾਡੇ ਲਈ ਫਾਈਂਡ ਆਊਟ ਕਰ ਸਕਦੀ ਹਾਂ, ਮੈਂ ਆਪਣੀਆਂ ਫਰੈਂਡਸ ਤੋਂ ਮਦਦ ਮੰਗ ਸਕਦੀ ਹਾਂ, ਮੈਂ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਤੁਹਾਨੂੰ ਮੈਂ ਜਲਦੀ ਹੀ ਦੱਸਾਂਗੀ. ਐਂਡ ਹੁਣ 20 ਸਾਲ ਬਾਅਦ ਮੈਂ ਸੋਚ ਰਹੀ ਹਾਂ ਕਿ ਉਸ ਦਿਨ ਕਲਾਸ ਵਿੱਚੋਂ ਲੇਟ ਹੋਣਾ ਇਹ ਪਰਮਾਤਮਾ ਦੀ ਮਰਜ਼ੀ ਸੀ, ਕਿਉਂਕਿ ਅਗਰ ਮੈਂ ਉਸ ਦਿਨ ਕਲਾਸ ਵਿੱਚੋਂ ਲੇਟ ਨਾ ਹੁੰਦੀ ਤਾਂ ਸ਼ਾਇਦ ਉਹ ਲੇਡੀ ਜਿਸ ਨੂੰ ਲੋੜ ਸੀ ਮੇਰੀ ਉਹ ਸ਼ਾਇਦ ਮੇਰੇ ਨਾਲ ਗੱਲ ਨਾ ਕਰਦੀ. ਐਂਡ ਸੋ ਆਈ ਥਿੰਕ ਲਾਈਫ ਵਿੱਚ ਕੁਛ ਵੀ ਹੋਵੇ, ਆਈ ਥਿੰਕ ਵੀ ਸ਼ੁੱਡ ਆਲਵੇਜ਼ ਬੀ ਥੈਂਕਫੁਲ ਐਂਡ ਗ੍ਰੇਟਫੁਲ ਬਿਕੋਜ਼ ਜੋ ਵੀ ਹੁੰਦਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਰਾਜ਼ ਹੁੰਦਾ ਹੈ ਜੋ ਆਪਾਂ ਨੂੰ ਉਸ ਵੇਲੇ ਸਮਝ ਨਹੀਂ ਆਉਂਦਾ. ਸੋ ਮੈਂ ਕਿਉਂਕਿ ਮੇਰੀ ਕਲਾਸ ਅਜੇ 1 ਘੰਟੇ ਦੀ ਲਾਸਟ ਕਰਨੀ ਸੀ ਅਤੇ ਮੈਂ ਵਿਹਲੀ ਸੀ, ਮੈਂ ਕਿਹਾ ਮੇਰੇ ਕੋਲ ਟਾਈਮ ਹੈਗਾ, ਚਲੋ ਮੈਂ ਤੁਹਾਡੇ ਨਾਲ ਵਾਰਡ ਚੱਲਦੀ ਹਾਂ, ਮੈਂ ਤੁਹਾਡੀ ਬੇਟੀ ਨੂੰ ਮਿਲਾਂਗੀ. ਅਸੀਂ ਗਏ ਜਦੋਂ ਵਾਰਡ ਵਿੱਚ ਤਾਂ ਮੇਰੀ ਰੂਹ ਕੰਬ ਗਈ ਜਦੋਂ ਮੈਂ ਉਸ ਬੱਚੀ ਨੂੰ ਦੇਖਿਆ. ਸੋ ਆਈ ਥਿੰਕ ਹੁਣ ਮੈਨੂੰ ਯਾਦ ਨਹੀਂ ਕਿਉਂਕਿ ਮੈਂ ਆਪਣੀ ਡਾਇਰੀ 'ਚ ਉਹਦੀ ਏਜ ਨਹੀਂ ਮੈਂਸ਼ਨ ਕੀਤੀ, ਬਟ ਆਈ ਥਿੰਕ ਉਹ
ਟੀਨੇਜਰ ਸੀਗੀ, ਆਈ ਮੀਨ 12 ਤੋਂ 15 ਦੇ ਵਿਚਕਾਰ ਉਹਦੀ ਏਜ ਹੋਏਗੀ, ਬਟ ਉਹਦੀ ਬਾਡੀ ਜਿਵੇਂ ਬਿਲਕੁਲ ਪਿੰਜਰ, ਜਿਵੇਂ ਹੱਡੀਆਂ ਨਿਕਲੀਆਂ ਹੋਈਆਂ, ਐਂਡ ਬਹੁਤ ਜ਼ਿਆਦਾ ਵੀਕ, ਐਂਡ ਨਾ ਸਿਰਫ ਫਿਜ਼ੀਕਲੀ ਵੀਕ, ਬਟ ਉਹਦੀਆਂ ਅੱਖਾਂ 'ਚ ਜਿਵੇਂ ਕੋਈ ਰੌਣਕ ਨਹੀਂ ਸੀ, ਕੋਈ ਚਮਕ ਨਹੀਂ ਸੀ, ਐਂਡ ਉਹ ਬਹੁਤ ਜ਼ਿਆਦਾ ਜਿਵੇਂ ਆਪਣੀ ਹੋਪ ਛੱਡ ਚੁੱਕੀ ਹੁੰਦੀ ਹੈ ਲਾਈਫ ਤੋਂ, ਨਿਰਾਸ਼। ਤੇ ਉਹਦੇ ਫਾਦਰ ਵੀ ਨੇੜੇ ਬੈਠੇ ਸੀਗੇ, ਐਂਡ ਪਰ ਉਸ ਮੋਮੈਂਟ 'ਚ ਜਿਵੇਂ ਮੈਨੂੰ ਬਾਕੀ ਸਾਰਾ ਕੁਝ ਬੈਕਗਰਾਉਂਡ ਫੇਡ ਕਰ ਗਿਆ, ਮੈਨੂੰ ਸਿਰਫ ਉਹ ਬੱਚੀ ਨਜ਼ਰ ਆਈ, ਐਂਡ ਮੈਨੂੰ ਮੇਰੇ ਸੋਲ ਵਿੱਚੋਂ ਆਵਾਜ਼ ਆਈ ਕਿ ਆਈ ਹੈਵ ਟੂ ਹੈਲਪ ਹਰ। ਸੋ ਮੈਂ ਉਹਦੀ ਫਾਈਲ ਪੜ੍ਹੀ ਤਾਂ ਮੈਂ ਦੇਖਿਆ ਉਹਦੇ ਲੰਗਸ ਵਿੱਚ ਇਨਫੈਕਸ਼ਨ ਸੀਗੀ, ਪਲੱਸ ਉਹਨੂੰ ਬ੍ਰੋਂਕੋ ਪਲੂਰਲ ਫਿਸਟੂਲਾ ਬਣ ਚੁੱਕਿਆ ਸੀ, ਤੇ ਉਹ ਟੀਬੀ ਦੀ ਟ੍ਰੀਟਮੈਂਟ ਤੇ ਵੀ ਸੀਗੀ, ਐਂਟੀ ਟਿਊਬਰਕੂਲਰ ਟ੍ਰੀਟਮੈਂਟ, ATT ਜਿਹਨੂੰ ਆਪਾਂ ਕਹਿੰਦੇ, ਇਹ ਸਭ ਇਲਾਜ ਉਹਦਾ ਚੱਲ ਰਿਹਾ ਸੀਗਾ। ਤੇ ਜਿਹੜੇ ਉਹਦੇ ਸਕੈਨ ਸੀਗੇ ਨੇ ਕਲੀਅਰ ਨਹੀਂ ਸੀਗੇ। ਹੁਣ ਤੁਸੀਂ ਦੇਖ ਲਓ 20 ਸਾਲ ਪਹਿਲਾਂ ਦੇ ਜਿਹੜੇ ਸਕੈਨਸ ਤੇ ਹੁਣ ਦੇ ਸਕੈਨਸ 'ਚ ਬਹੁਤ ਫਰਕ ਹੈ, ਐਂਡ ਡਾਕਟਰਸ ਰੀਅਲੀ ਨੀਡਡ ਟੂ ਆਪਰੇਟ ਟੂ ਫਾਈਂਡ ਆਊਟ। ਬਟ ਹੁਣ ਇਸ ਕੇਸ ਦੀ ਖਾਸੀਅਤ ਇਹ ਸੀਗੀ ਕਿ ਬੱਚੀ ਨੂੰ ਬਚਾਇਆ ਜਾ ਸਕਦਾ ਸੀ ਅਗਰ ਉਹਦਾ ਟਾਈਮ ਸਿਰ ਸਰਜਰੀ ਹੋ ਸਕੇ, ਪਰ ਸਰਜਰੀ ਲਈ ਬਲੱਡ ਚਾਹੀਦਾ ਸੀ। ਸੋ ਜਦੋਂ ਮੈਂ ਉਹਦੀ ਸਾਰੀ ਨੌਲੇਜ ਲੈ ਲਈ ਕਿ ਉਹਨੂੰ ਕੀ ਚਾਹੀਦਾ, ਮੈਂ ਨਰਸਿਸ ਨੂੰ ਪੁੱਛ ਲਿਆ, ਉਹ ਵੀ ਸਾਰੇ ਕਹਿੰਦੇ ਵੀ ਇਹਨਾਂ ਨੂੰ ਬਲੱਡ ਚਾਹੀਦਾ, ਪਰ ਅਸੀਂ ਬਹੁਤ ਕੋਸ਼ਿਸ਼ ਕਰਕੇ ਵੀ ਅਸੀਂ ਅਰੇਂਜ ਨਹੀਂ ਕਰ ਪਾ ਰਹੇ ਇਹਦਾ ਬਲੱਡ ਦਾ ਨਾ। ਸੋ ਜਦੋਂ ਮੈਂ ਨੈਕਸਟ ਕਲਾਸ ਵਿੱਚ ਗਈ ਹਾਂ ਆਪਣੀ, ਮਤਲਬ ਜਦੋਂ ਡੋਰਸ ਖੁੱਲ੍ਹੇ ਐਂਡ ਸਰਜਰੀ ਦੀ ਕਲਾਸ ਖਤਮ ਹੋਈ ਐਂਡ ਮੈਂ ਫਾਈਨਲੀ ਐਂਟਰ ਕਰ ਪਾਈ ਕਲਾਸ ਦੇ ਅੰਦਰ, ਤਾਂ ਮੈਂ ਆਪਣੀਆਂ ਪਹਿਲਾਂ ਕਲੋਜ਼ ਫਰੈਂਡਸ ਨੂੰ ਦੱਸਿਆ। ਫਿਰ ਅਸੀਂ ਇੱਕ ਕਾਈਂਡ ਆਫ ਨੋਟਿਸ ਬਣਾਇਆ ਜੋ ਕਿ ਅਸੀਂ ਸਰਕੂਲੇਟ ਕੀਤਾ ਸਾਰਿਆਂ ਦੇ ਵਿੱਚ, ਤੇ ਮੈਂ ਪਰਸਨਲ ਲੈਵਲ 'ਤੇ ਲੋਕਾਂ ਕੋਲੇ ਜਾ ਕੇ ਆਪਣੇ ਸੀਨੀਅਰਸ ਜੂਨੀਅਰਸ ਨੂੰ ਵੀ ਰਿਕੁਐਸਟ ਕੀਤੀ। ਸੋ ਵਿਦਿਨ 1 ਵੀਕ ਸਾਰਾ ਬਲੱਡ ਅਰੇਂਜ ਹੋ ਗਿਆ। ਮੈਂ ਜਿਹੜੇ ਸੀਨੀਅਰ ਡਾਕਟਰ ਸੀਗੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ, ਤੇ ਉਹ ਬਹੁਤ ਖੁਸ਼ ਹੋਏ, ਉਹਨਾਂ ਨੇ ਸਾਰੀਆਂ ਅਰੇਂਜਮੈਂਟਸ ਕਰਤੀਆਂ, ਉਹਦੀ ਸਰਜਰੀ ਦੇ ਲਈ ਪਲਾਨ ਕਰਤਾ। ਤੇ ਐਗਜ਼ੈਕਟਲੀ 8 ਦਿਨਾਂ ਬਾਅਦ, ਸੋ 18 ਮਈ ਨੂੰ ਉਸ ਮੇਰੀ ਮੁਲਾਕਾਤ ਹੋਈ ਸੀ ਉਹਦੇ ਮਮ ਦੇ ਨਾਲ, ਐਂਡ 27 ਮਈ 27th of May ਸਵੇਰੇ ਮਾਰਨਿੰਗ ਟਾਈਮ ਉਹਦੀ ਸਰਜਰੀ ਹੋ ਗਈ। ਐਂਡ ਡਿਊਰਿੰਗ ਦ ਸਰਜਰੀ ਡਾਕਟਰਸ ਨੇ ਦੇਖਿਆ ਕਿ ਇਟ ਵਾਜ਼ ਐਕਚੁਅਲੀ ਅ ਕੇਸ ਆਫ ਰਪਚਰਡ ਹਾਈਡੇਟਿਡ ਸਿਸਟ। ਅਗਰ ਆਪਾਂ ਮੇਬੀ 1 ਹਫਤਾ ਵੀ ਹੋਰ ਡਿਲੇ ਕਰਦੇ ਤਾਂ ਸ਼ੀ ਕੁਡ ਨਾਟ ਹੈਵ ਸਰਵਾਈਵਡ, ਐਂਡ these words were told to me by the head of department ਸਰਜਰੀ ਤੋਂ ਬਾਅਦ। ਉਹ ਕਹਿੰਦੇ ਜੇ ਆਪਾਂ ਥੋੜਾ ਵੀ ਦੇਰ ਕਰ ਦਿੰਦੇ ਤਾਂ ਸ਼ਾਇਦ ਆਪਾਂ ਇਸ ਬੱਚੀ ਨੂੰ ਨਾ ਬਚਾ ਪਾਉਂਦੇ। ਇੱਕ ਤਾਂ ਹੁੰਦਾ ਕਿ ਆਪਣੇ ਰਿਸ਼ਤੇਦਾਰ ਹੈ ਤੇ ਆਪਣੇ ਭੈਣ ਭਰਾ ਨੇ ਤੇ ਆਪਣੇ ਫਰੈਂਡਸ ਹੈਲਪ ਕਰਦੇ ਨੇ, ਬਟ ਦਿਸ ਵਾਜ਼ ਅ ਪਰਸਨ ਜਿਹਨੂੰ ਕੋਈ ਨਹੀਂ ਸੀ ਜਾਣਦਾ, ਐਂਡ ਸਾਰਿਆਂ ਨੇ ਮਿਲ ਕੇ ਉਹਦੀ ਮਦਦ ਕੀਤੀ। ਐਂਡ ਨਾ ਸਿਰਫ ਬਲੱਡ ਦੇਣ ਵਿੱਚ, ਬਾਅਦ ਵਿੱਚ ਮੇਰੀਆਂ ਜਿੰਨੀਆਂ ਬਹੁਤ ਸਾਰੀਆਂ ਫਰੈਂਡਸ, I haven't got permission to talk about their names, but they know, if they are listening to my video, they know who they are. ਤੇ ਉਹ ਪਰਸਨਲੀ ਉਹਨੂੰ ਮਿਲਣ ਜਾਂਦੀਆਂ ਸੀ ਸ਼ਾਮ ਵੇਲੇ, ਕਿਉਂਕਿ ਕਿਸੇ ਵੀ ਇਨਸਾਨ ਦੇ ਰੋਗ ਨੂੰ ਦੂਰ ਕਰਨ ਲਈ ਸਿਰਫ ਦਵਾਈ ਨਹੀਂ ਕੰਮ ਆਉਂਦੀ, ਕਾਈਂਡਨੈਸ ਜਿਹੜੀ ਹੈ, ਇਹ ਸਪਿਰਿਟਸ ਨੂੰ ਹਾਈ ਕਰਨਾ। ਸੋ ਉਹ ਹੌਸਟਲ ਤੋਂ, ਸਪੈਸ਼ਲੀ ਮੇਰੀਆਂ ਹੌਸਟਲ ਵਾਲੀਆਂ ਬਹੁਤ ਸਾਰੀਆਂ ਫਰੈਂਡਸ ਉਹਦੇ ਲਈ ਚਾਕਲੇਟਸ ਵਗੈਰਾ, ਬੁੱਕਸ, ਕਾਮਿਕਸ, ਇਹ ਉਹ ਫਰੂਟਸ, ਐਂਡ ਉਹਦੇ ਨਾਲ ਟਾਈਮ ਸਪੈਂਡ ਕਰਦੀਆਂ ਸੀ, ਉਹਨੂੰ ਹੱਲਾਸ਼ੇਰੀ ਦਿੰਦੀਆਂ ਸੀਗੀਆਂ ਕਿ ਤੂੰ ਠੀਕ ਹੋ ਜਾਏਂਗੀ। ਐਂਡ ਮੈਂ ਵੀ ਐਵਰੀ ਡੇ, ਐਵਰੀ ਈਵਨਿੰਗ ਮੈਂ ਉਹਦੇ ਕੋਲੇ ਜਾਂਦੀ ਸੀ, ਉਹਦੇ ਨਾਲ ਗੱਲਾਂ ਬਾਤਾਂ ਕਰਦੀ ਸੀ। ਐਂਡ ਮਿਰੇਕਲ ਸੀਗਾ, ਮਿਰੇਕੁਲਸਲੀ ਉਹ ਬਹੁਤ ਕੁਇਕ ਰਿਕਵਰੀ ਹੋਈ, but still it took her 3 months before we could discharge her from the hospital. And ਮੇਰੀ ਡਾਇਰੀ ਵਿੱਚ ਨੋਟਡ ਹੈ ਵੀ 17 ਅਗਸਤ 2000, almost actually exactly 3 months after I met her mom, and ਅਸੀਂ ਸਾਰੇ ਬਹੁਤ ਖੁਸ਼ ਸੀਗੇ। everybody had played their part. And ਉਸ ਤੋਂ ਬਾਅਦ ਨਵੰਬਰ ਵਿੱਚ ਮੈਨੂੰ ਵੰਦਨਾ ਦਾ ਫੋਨ ਆਇਆ, ਤੇ ਉਹਦਾ ਫੋਨ ਜਦੋਂ ਮੈਨੂੰ ਆਇਆ ਹੈ, ਉਹਨੇ ਮਤਲਬ ਬਹੁਤ ਖੁਸ਼ ਸੀ। ਉਹ ਕਹਿੰਦੀ ਮੈਂ ਬਿਲਕੁਲ ਠੀਕ ਹਾਂ, ਹੁਣ ਮੇਰੀ ਸਿਹਤ ਬਹੁਤ ਵਧੀਆ ਹੈ, ਐਂਡ ਉਹ ਵੀ ਹੈਲਥ ਡਿਪਾਰਟਮੈਂਟ ਜੁਆਇਨ ਕਰਨਾ ਚਾਹੇਗੀ, ਇੱਕ ਦਿਨ ਉਹ ਵੀ ਕੰਟਰੀਬਿਊਟ ਕਰੇਗੀ। ਇਨਫੈਕਟ 1 ਸਾਲ ਬਾਅਦ ਮੈਨੂੰ ਉਹਦੀ ਰਿਟਨ ਲੈਟਰ ਵੀ ਆਈ, ਜਿਹਦੇ ਵਿੱਚ ਉਹਨੇ ਸਭ ਦਾ ਬਹੁਤ ਥੈਂਕਸ ਕੀਤਾ, ਐਂਡ ਸ਼ੀ ਸੈਡ ਦੈਟ ਸ਼ੀ ਇਜ਼ ਪਲੈਨਿੰਗ ਟੂ ਬਿਕਮ ਅ ਨਰਸ, ਐਂਡ ਉਹ ਵੀ ਹਿਊਮੈਨਿਟੀ ਦੀ ਸੇਵਾ ਕਰਨਾ ਚਾਹੁੰਦੀ ਹੈ। ਐਂਡ ਉਹਨੇ ਕਿੰਨਾ ਇਸ ਤੋਂ ਜਿਹੜਾ ਇੱਕ ਐਕਟ ਆਫ ਕਾਈਂਡਨੈਸ ਸੀਗਾ
ਸਾਰੇ ਮੈਡੀਕਲ ਕਾਲਜ ਦਾ ਉਸ ਵੇਲੇ, ਉਹਦੇ ਤੋਂ ਕਿੰਨੀ ਉਹ ਇੰਸਪਾਇਰ ਹੋਈ ਐਂਡ ਉਹ ਸ਼ੀ ਵਾਂਟਡ ਕਿ ਉਹਦੀ ਸਾਰੀ ਲਾਈਫ ਉਹ ਹਜ਼ਾਰਾਂ ਹੋਰ ਲੋਕਾਂ ਦੀ ਲਾਈਫ ਵਿੱਚ ਸ਼ੀ ਵਾਜ਼ ਏਬਲ ਟੂ ਹੈਵ ਹੋਪ ਕਿ ਉਹ ਹਜ਼ਾਰਾਂ ਲੋਕਾਂ ਦੀ ਲਾਈਫ ਨੂੰ ਚੇਂਜ ਕਰ ਸਕਦੀ ਹੈ। ਸੋ ਸਮਟਾਈਮਸ ਤੁਸੀਂ ਇੱਕ ਐਕਟ ਕਰਦੇ ਹੋ, ਉਸ ਤੋਂ ਬਾਅਦ ਹਜ਼ਾਰਾਂ ਲੋਕ, ਮੇ ਬੀ ਮਿਲੀਅਨਸ ਆਫ ਲੋਕ ਉਹਦੇ ਤੋਂ ਅਫੈਕਟ ਹੁੰਦੇ ਨੇ। ਸੋ ਇਹ ਸੀ ਮੇਰੀ ਸਟੋਰੀ। ਸੌਰੀ ਆਈ ਵਾਜ਼ ਅ ਬਿਟ ਇਮੋਸ਼ਨਲ, ਉਹਦਾ ਕਰਕੇ ਮੈਂ ਇੰਨਾ ਇਫੈਕਟਿਵਲੀ ਆਪਣਾ ਸਟੋਰੀ ਨੂੰ ਨਹੀਂ ਦੱਸ ਪਾਈ ਜਿੰਨਾ ਕਿ ਮੈਂ ਰਾਈਟਿੰਗ ਵਿੱਚ ਕਰ ਪਾਉਂਦੀ ਹਾਂ। ਸੋ ਜਿਹੜੇ ਲੋਕ ਉਸ ਵੇਲੇ ਮੇਰੇ ਨਾਲ ਪ੍ਰੈਜ਼ੈਂਟ ਸੀਗੇ ਸਟੋਰੀ ਨੂੰ ਇਸ ਸਟੋਰੀ ਨੂੰ ਬਣਾਉਣ ਵਿੱਚ, ਉਹਨਾਂ ਨੂੰ ਅਗਰ ਕੁਛ ਯਾਦ ਹੈ, ਸਪੈਸ਼ਲੀ ਮੇਰੀਆਂ ਫਰੈਂਡਸ ਨੂੰ, ਤਾਂ ਪਲੀਜ਼ ਡੂ ਕਮ ਫੋਰਵਰਡ ਅਤੇ ਇਸ ਸਟੋਰੀ ਬਾਰੇ ਪਲੀਜ਼ ਜ਼ਰੂਰ ਕਮੈਂਟ ਕਰੋ। So sometimes just listening to someone can be the beginning of a success story. Just listening to someone. Thank you for listening to me. Thank you. ਆਪਾਂ ਫਿਰ ਮਿਲਾਂਗੇ ਐਂਡ ਕੱਲ੍ਹ ਨੂੰ ਮੈਂ ਇੱਕ ਹੋਰ ਸਟੋਰੀ ਲੈ ਕੇ ਆਵਾਂਗੀ ਜਿਹਨੇ ਮੇਰੀ ਲਾਈਫ ਨੂੰ ਬਹੁਤ ਟੱਚ ਕੀਤਾ ਹੈ। Thank you. Stay strong. Stay safe. Bye.